Hello, students. We are doing the prose, The Sporting Spirit, written by George Orwell. And in the last video, we read that George Orwell is against any sport played at the international level because he finds that these kinds of sports played or sports competitions create the animosities between the nations. Let's read next what he writes. Even a leisurely game like cricket, demanding grace rather than strength, can cause much ill will, as we saw in the controversy over bodyline bowling and over the rough tactics of the Australian team that visited England in 1921. So he says that there are there are leisurely games. Leisurely means played with a lot of fun. We can say. Uh, uh, which demanding grace. Cricket is a game which is played with a lot of grace rather than strength. You don't need to push somebody, you don't need to kick somebody. You can play it very freely with grace rather than showing your strength there in the form of kicks can cause much ill will. ਕਹਿੰਦੇ ਇਹ ਗੇਮ ਵੀ ill will ਬੈਡ ਫੀਲਿੰਗ ਜਿਹੜੀ ਹੈ ਉਹ ਕਾਜ਼ ਕਰ ਸਕਦੀ ਹੈ ਕਿਉਂਕਿ ਅਸੀਂ ਕਹਿੰਦੇ ਐਗਜ਼ਾਮਪਲ ਹੈਗੀ ਹੈ ਸਾਡੇ ਕੋਲ ਵੀ ਸੌ ਇਨ ਦਾ ਕੰਟਰੋਵਰਸੀ ਕਹਿੰਦੇ ਇੱਕ ਹੋਰ ਕੰਟਰੋਵਰਸੀ ਹੋਈ ਸੀ ਓਵਰ ਦਾ ਬੋਡੀ ਲਾਈਨ ਬੋਲਿੰਗ and the rough tactics of the Australian team that visited England in 1921. 1921 ਦੇ ਵਿੱਚ ਆਸਟ੍ਰੇਲੀਅਨ ਟੀਮ ਨੇ ਕ੍ਰਿਕਟ ਟੀਮ ਦੇ ਨਾਲ ਕਿਸ ਤਰ੍ਹਾਂ ਰਫਲੀ ਬਿਹੇਵ ਕੀਤਾ ਉਹਨਾਂ ਨੂੰ ਬੋਡੀ ਲਾਈਨ ਬੋਲਿੰਗ ਮਤਲਬ ਕਿ ਅਬਵ ਦਾ ਬੋਡੀ ਲਾਈਨ ਬੋਲਿੰਗ ਕਰਵਾਈ ਸੋ ਹੈ ਨਾ ਸੋ ਟੂ ਇੰਜਰ ਦਾ ਪਲੇਅਰਸ ਸੋ ਇਸ ਤੋਂ ਕਹਿੰਦੇ ਪਤਾ ਚੱਲਦਾ ਕਿ ਇਹ ਗੇਮਸ ਵੀ ਐਨੀਮੋਸਿਟੀ ਕ੍ਰੀਏਟ ਕਰ ਸਕਦੀਆਂ Football, a game in which everyone gets hurt and every nation has its own style of playing, which seems unfair to foreigner, is far worse. ਕਹਿੰਦੇ ਜਿਹੜੀ ਫੁੱਟਬਾਲ ਗੇਮ ਹੈ ਉਹਦੇ ਵਿੱਚ ਹਰ ਕੋਈ ਹਰਟ ਹੋ ਜਾਂਦਾ ਆ ਕਿਉਂਕਿ ਯੂ ਨੀਡ ਟੂ ਰਨ ਯੂ ਨੀਡ ਟੂ ਕਿਕ ਦਾ ਬਾਲ ਯੂ ਕੈਨ ਸਲਿਪ ਹੈ ਨਾ ਸੋ ਐਵਰੀਬਡੀ ਕੈਨ ਗੈਟਸ ਹਰਟ ਐਵਰੀ ਨੇਸ਼ਨ ਹੈਜ਼ ਇਟਸ ਓਨ ਸਟਾਈਲ ਆਫ ਪਲੇ ਅਤੇ ਹਰ ਨੇਸ਼ਨ ਦਾ ਆਪਣਾ ਅਲੱਗ ਤਰੀਕਾ ਹੁੰਦਾ ਖੇਲਣ ਦਾ ਜਿਹੜਾ ਦੂਸਰਿਆਂ ਨੂੰ ਜਿਹੜੀ ਨੇਸ਼ਨ ਦੇ ਉਹ ਨਹੀਂ ਹੈਗੇ ਉਸ ਨੇਸ਼ਨ ਦੇ ਉਹ ਫੋਰਨਰਸ ਹੋਏ ਉਹਨਾਂ ਨੂੰ ਉਹ ਵਾਲਾ ਤਰੀਕਾ ਕੀ ਲੱਗਦਾ ਅਨਫੇਅਰ ਲੱਗਦਾ ਇਜ਼ ਫਾਰ ਵਰਸ ਕਹਿੰਦੇ ਇਹ ਜਿਹੜੀ ਫੁੱਟਬਾਲ ਗੇਮ ਹੈ ਨਾ ਇਹਦੇ ਵਿੱਚ ਇਹ ਜਿਹੜੀ ਆ ਇਟ ਇਜ਼ ਫਾਰ ਵਰਸ ਦੈਨ ਅਦਰ ਗੇਮਸ ਕਿਉਂਕਿ ਇਹਦੇ ਵਿੱਚ ਜਿਹੜੀ ਆ ਲੜਾਈਆਂ ਜ਼ਿਆਦਾ ਹੁੰਦੀਆਂ ਆ ਇਹਦੇ ਵਿੱਚ ਨੇਸ਼ਨਸ ਦੇ ਵਿੱਚ ਹੇਟਰੇਡ ਜ਼ਿਆਦਾ ਪੈਦਾ ਕਰਦੀ ਆ ਬਟ ਵਰਸਟ ਆਫ ਆਲ ਇਜ਼ ਬਾਕਸਿੰਗ ਫੁੱਟਬਾਲ ਤੋਂ ਉੱਪਰ ਵੀ ਕਿਹੜੀ ਗੇਮ ਆ ਜਿਹੜੀ ਕਿ ਜ਼ਿਆਦਾ ਵਰਸਟ ਹੈ ਠੀਕ ਹੈ ਬੈਡ ਅਸੀਂ ਕਹਿ ਸਕਦੇ ਹਾਂ ਇਜ਼ ਕ੍ਰਿਕਟ worst according to him is football and worst is the superlative degree so means most of na? So worst is of all is boxing. One of the most horrible sights in the world is a fight between white and colored boxers before a mixed audience. ਕਹਿੰਦੇ ਸਭ ਤੋਂ ਭਿਆਨਕ ਜਿਹੜੇ ਦ੍ਰਿਸ਼ ਆ ਹੌਰੀਬਲ ਸਾਈਟਸ ਹੈ ਉਹ ਕੀ ਹੈ ਵਰਲਡ ਦੇ ਵਿੱਚ ਕਿ ਕਿਤੇ ਫਾਈਟ ਹੋ ਰਹੀ ਹੈ ਇੱਕ ਸਾਈਡ 'ਤੇ ਹੈਗਾ ਆ ਵਾਈਟ ਬਾਕਸਰ ਔਰ ਉਹਦੇ ਆਪੋਜ਼ਿਟ ਕੌਣ ਹੈ ਕਲਰਡ ਬਾਕਸਰ ਹੈ ਮਤਲਬ ਕਿ ਉਹ ਬਲੈਕ ਵੀ ਹੋ ਸਕਦਾ ਆ ਉਹ ਏਸ਼ੀਅਨ ਬਰਾਊਨ ਪਰਸਨ ਵੀ ਹੋ ਸਕਦਾ ਹੈ ਬਿਫੋਰ ਅ ਮਿਕਸਡ ਆਡੀਅੰਸ ਮਤਲਬ ਕਿ ਜਿਸ ਤਰ੍ਹਾਂ ਉਹਦੇ ਵਿੱਚ ਇਕੱਠੇ ਹੀ ਇੱਕ ਜਗ੍ਹਾ 'ਤੇ ਵਾਈਟ ਬ੍ਰਿਟਿਸ਼ ਵੀ ਬੈਠੇ ਹੋਏ ਆ ਏਸ਼ੀਅਨਸ ਵੀ ਬੈਠੇ ਹੋਏ ਅਫਰੀਕਨਸ ਵੀ ਬੈਠੇ ਹੋਏ ਇੱਦਾਂ ਦੀ ਆਡੀਅੰਸ ਹੈ ਠੀਕ ਹੈ ਜਿਹੜੇ ਕਿ ਓਬਵੀਅਸਲੀ ਬ੍ਰਿਟਿਸ਼ ਆਪਣੇ ਪੂਰੇ ਜੋਸ਼ ਨਾਲ ਸਪੋਰਟ ਕਰਨਗੇ ਟੂ ਦਾ ਵਾਈਟ ਪਲੇਅਰ ਐਂਡ ਦੂਸਰੇ ਸਪੋਰਟ ਕਰਨਗੇ ਟੂ ਦਾ ਕਲਰਡ ਪਲੇਅਰ But a boxing audience is always disgusting, and the behavior of women in particularly is such that the army, I believe, does not allow them to attend these contests. ਕਹਿੰਦੇ ਜਿਹੜੀ ਬਾਕਸਿੰਗ ਦੀ ਆਡੀਅנס ਵੀ ਹੁੰਦੀ ਹੈ ਨਾ ਇਟਸ ਵੈਰੀ ਬੈਡ ਵੈਰੀ ਡਿਸਕਸਟਿੰਗ ਅਤੇ ਉਹਦੇ ਵਿੱਚ ਜਿਹੜੀਆਂ ਵੂਮੈਨ ਹੈ ਨਾ ਬਾਕਸਿੰਗ ਜਿਹੜੀਆਂ ਦੇਖਣ ਆਉਂਦੀਆਂ ਆਡੀਅנס ਐਜ਼ ਏ ਵੂਮੈਨ ਹੈ ਉਹਨਾਂ ਦਾ ਬਿਹੇਵੀਅਰ ਤਾਂ ਪਰਟੀਕੂਲਰਲੀ ਕਹਿੰਦੇ ਬਹੁਤ ਹੀ ਬੁਰਾ ਬਿਹੇਵੀਅਰ ਹੁੰਦਾ ਡਿਸਕਸਟਿੰਗ ਬਿਹੇਵੀਅਰ ਹੁੰਦਾ ਵਿਮਨ ਦਾ ਉਹਨਾਂ ਦਾ ਬਿਹੇਵੀਅਰ ਇੱਦਾਂ ਦਾ ਹੁੰਦਾ ਨਾ ਕਹਿੰਦੇ ਕਿ ਆਰਮੀ ਹੈ ਜਿਹੜੀ ਉਹਨਾਂ ਨੂੰ ਅਲਾਉ ਨਹੀਂ ਕਰਦੀ ਇੱਦਾਂ ਦੇ ਕੰਟੈਸਟਸ ਅਟੈਂਡ ਕਰਨ ਦੇ ਲਈ
At any rate, 2 or 3 years ago, when home guard and regular troops were holding a boxing tournament, I placed on a guard at the door of the hall, which with orders to keep the women out. At any rate, 2 or 3 years ago, ਜਦੋਂ ਉਹਨਾਂ ਨੇ ਇਹ ਲਿਖਿਆ ਨਾ ਪ੍ਰੋਜ਼ ਲਿਖੀ ਉਹਨਾਂ ਨੇ ਇਹ ਤਾਂ ਕਹਿੰਦੇ ਉਸ ਟਾਈਮ 2 or 3 years ago when home guards and regular troops were holding a boxing tournament, I was placed on a guard at the door of hall. ਕਹਿੰਦੇ ਇੱਕ ਵਾਰ ਨਾ ਇੱਕ ਆਰਮੀ ਸੀ ਨਾ ਜਿਹੜੀ ਉਹ ਇਹ ਵਾਲਾ ਬਾਕਸਿੰਗ ਟੂਰਨਾਮੈਂਟ ਕਰਵਾ ਰਹੇ ਸੀ, ਕਿਹਦੇ ਵਿੱਚ ਕਰਵਾ ਰਹੇ ਸੀ? ਹੋਮ ਗਾਰਡਸ ਦੇ ਵਿੱਚ ਤੇ ਰੈਗੂਲਰ ਟਰੂਪਸ, ਠੀਕ ਹੈ। ਇੱਕ ਤਾਂ ਹੋਮ ਗਾਰਡਸ ਹੁੰਦੇ, ਇੱਕ ਰੈਗੂਲਰ ਟਰੂਪਸ ਮਤਲਬ ਜਿਹੜੇ ਆਰਮੀ ਦੀ ਆਪਾਂ ਕਹਿ ਸਕਦੇ ਹਾਂ ਯੂਨਿਟ ਦਾ ਪਾਰਟ ਹੁੰਦੇ ਆ। ਵਰ ਹੋਲਡਿੰਗ ਉਹਨਾਂ ਦੇ ਵਿੱਚ ਬਾਕਸਿੰਗ ਟੂਰਨਾਮੈਂਟ ਸੀ ਅਤੇ ਉਹਨਾਂ ਨੂੰ ਜਾਰਜ ਔਵਲ ਨੂੰ ਦੀ ਕੀ ਡਿਊਟੀ ਸੀ? ਹੀ ਵਾਜ਼ ਔਨ ਅ ਗਾਰਡ ਐਟ ਦ ਡੋਰ ਆਫ ਹਾਲ। ਜਿਸ ਹਾਲ ਦੇ ਵਿੱਚ ਬਾਕਸਿੰਗ ਟੂਰਨਾਮੈਂਟ ਹੋ ਰਿਹਾ ਸੀ ਉਹਦੇ ਵਿੱਚ ਉਹ ਐਜ਼ ਏ ਗਾਰਡ ਸੀ ਵਿਦ ਆਰਡਰਸ ਟੂ ਕੀਪ ਦ ਵਿਮਨ ਆਊਟ। ਅਤੇ ਉਹਦਾ ਸੀ ਉਹਨੂੰ ਇਹ ਆਰਡਰ ਮਿਲੇ ਹੋਏ ਸੀ ਕਿ ਜਿਹੜੀ ਵਿਮਨ ਹੈ ਨਾ ਉਹ ਕੋਈ ਵੀ ਇਸ ਹਾਲ ਦੇ ਵਿੱਚ ਐਂਟਰ ਨਹੀਂ ਹੋਣੀ ਚਾਹੀਦੀ, ਕਿਉਂਕਿ ਉਹਨਾਂ ਦਾ ਬਿਹੇਵੀਅਰ ਅਕੋਰਡਿੰਗ ਟੂ ਜਾਰਜ ਵੈਲ ਦ ਬਿਹੇਵੀਅਰ ਆਫ ਵੂਮਨ ਇਨ ਦ ਬਾਕਸਿੰਗ ਟੂਰਨਾਮੈਂਟ ਇਜ਼ ਵੈਰੀ ਡਿਸਗਸਟਿੰਗ। In England, the obsession with sport is bad enough, but even fiercer passions are aroused in young countries where games playing and nationalism are both recent developments. ਕਹਿੰਦੇ ਇੰਗਲੈਂਡ ਦੇ ਵਿੱਚ obsession means ਪਾਗਲਪਨ ਸਪੋਰਟ ਨੂੰ ਲੈ ਕੇ ਹਮੇਸ਼ਾ ਤੋਂ ਹੀ ਦੇ ਆਰ ਵੈਰੀ ਇਟਸ ਵੈਰੀ ਬੈਡ। ਦੇ ਗੈਟ ਉਹਨੂੰ ਮਤਲਬ ਪਾਗਲਪਨ ਉਹਨਾਂ ਦਾ ਬਹੁਤ ਹੀ ਜ਼ਿਆਦਾ ਵੱਧ ਜਾਂਦਾ ਆ। ਇਫ ਅਗਰ ਕਿਸੇ ਸਪੋਰਟ ਦਾ ਕੰਸਰਨ ਕਰੀਏ, ਵੈਦਰ ਇਟ ਇਜ਼ ਕ੍ਰਿਕਟ ਔਰ ਫੁੱਟਬਾਲ, ਬਟ ਈਵਨ ਫੇਰਸਰ ਪੈਸ਼ਨਸ, ਫੇਰਸਰ ਮਤਲਬ ਉਹਨਾਂ ਤੋਂ ਵੀ ਜ਼ਿਆਦਾ ਸਟਰੋਂਗ ਅਸੀਂ ਕਹਿ ਸਕਦੇ ਹਾਂ। ਫੇਰਸਰ ਇੱਥੇ ਮਤਲਬ ਫੇਰਸਰ ਦਾ ਮਤਲਬ ਵੈਸੇ ਹੁੰਦਾ ਆ ਐਗਰੈਸਿਵ, ਇੱਥੇ ਆਪਾਂ ਕਹਿ ਸਕਦੇ ਹਾਂ ਵਾਈਲਡ ਜਾਂ ਸਟਰੋਂਗ ਪੈਸ਼ਨ। ਉਹੀ ਉਹਨਾਂ ਯੰਗ ਕੰਟਰੀਜ਼ ਦੇ ਵਿੱਚ ਕਹਿੰਦੇ ਹੁਣ ਜ਼ਿਆਦਾ ਆ ਜਿਨ੍ਹਾਂ ਦੇ ਵਿੱਚ ਗੇਮਸ ਪਲੇਇੰਗ ਐਂਡ ਨੈਸ਼ਨਲਿਜ਼ਮ ਆਰ ਬੋਥ ਰੀਸੈਂਟ ਡਿਵੈਲਪਮੈਂਟਸ ਇਨ ਕੰਟਰੀਜ਼ ਲਾਈਕ ਇੰਡੀਆ ਐਂਡ ਵਰਮਾ। ਠੀਕ ਹੈ, ਜਿਸ ਤਰ੍ਹਾਂ ਨਾ ਇੰਡੀਆ ਗੋਟ ਇੰਡੀਪੈਂਡੈਂਸ ਇਨ 1947 ਤਾਂ ਉਹਨਾਂ ਦੇ ਜਿਹੜੇ ਉਹ ਫਿਰ ਇਹ ਯੰਗ ਕੰਟਰੀਜ਼ ਹੋਈਆਂ, ਕਿਉਂਕਿ ਹੁਣੇ ਇਹਨਾਂ ਦੇ ਵਿੱਚ ਨੈਸ਼ਨਲਿਜ਼ਮ ਆਈ ਹੈ। ਹੁਣੇ ਇਹਨਾਂ ਦੇ ਵਿੱਚ ਇੱਕ ਨੇਸ਼ਨ ਦਾ ਕੌਨਸੈਪਟ ਆਇਆ ਹੈ ਅਤੇ ਲੋਕਾਂ ਦੇ ਵਿੱਚ ਆਪਣੇ ਦੇਸ਼ ਦੇ ਪ੍ਰਤੀ ਜਿਹੜਾ ਪੈਟਰੋਟਿਜ਼ਮ ਆ, ਨੈਸ਼ਨਲਿਜ਼ਮ ਆ, ਦੇਸ਼ ਭਗਤੀ ਆ ਬਹੁਤ ਜ਼ਿਆਦਾ ਆ। ਅਤੇ ਹੁਣੇ ਇਹਨਾਂ ਦੀਆਂ ਕੰਟਰੀਜ਼ ਦੇ ਵਿੱਚ ਇਹਨਾਂ ਨੇ ਆਪਣੀ ਜਿਹੜੇ ਟੀਮਸ ਬਣਾਉਣੀਆਂ ਸ਼ੁਰੂ ਕੀਤੀਆਂ, ਸਪੋਰਟਸ ਨਾਲ ਰਿਲੇਟਡ ਟੀਮਸ ਬਣਾਉਣੀਆਂ ਸ਼ੁਰੂ ਕੀਤੀਆਂ। ਸੋ ਦੇ ਆਰ ਵੈਰੀ ਯੰਗ ਹੈ ਨਾ। ਅਤੇ ਇਹਨਾਂ ਯੰਗ ਦੇ ਵਿੱਚ ਯੰਗ ਕੰਟਰੀਜ਼ ਦੇ ਵਿੱਚ ਜਿਨ੍ਹਾਂ ਵਿੱਚ ਨੈਸ਼ਨਲਿਜ਼ਮ ਅਤੇ ਸਪੋਰਟਸ ਪਲੇਇੰਗ ਵੀ ਹਜੇ ਬਹੁਤ ਯੰਗ ਹੈ, ਠੀਕ ਹੈ, ਯੰਗਸਟਰਸ ਜ਼ਿਆਦਾ ਇਨਵੋਲਵ ਹੈ ਜਿਹਦੇ ਵਿੱਚ। ਸੋ ਉਹਨਾਂ ਦੇ ਵਿੱਚ ਕਹਿੰਦੇ ਇਹ ਪੈਸ਼ਨ ਹੋਰ ਵੀ ਜ਼ਿਆਦਾ ਵਾਈਲਡ ਹੈ। ਇਟ ਇਜ਼ ਨੈਸੈਸਰੀ ਐਟ ਫੁੱਟਬਾਲ ਮੈਚਿਸ ਟੂ ਹੈਵ ਸਟਰੋਂਗ ਕੋਰਡਨਸ ਆਫ ਪੁਲਿਸ to keep the crowd from invading the field। ਕਹਿੰਦੇ ਜਿਹੜੀਆਂ ਕੰਟਰੀਜ਼ ਲਾਈਕ ਬਰਮਾ ਐਂਡ ਇੰਡੀਆ ਜੇ ਉਹਨਾਂ ਦੇ ਵਿੱਚ ਜੇ ਉੱਥੇ ਫੁੱਟਬਾਲ ਮੈਚਿਸ ਹੋ ਰਹੇ ਆ ਟੂ ਇਟ ਇਜ਼ ਸਟਰੋਂਗ ਇਟ ਇਜ਼ ਯੂ ਹੈਵ ਟੂ ਹੈਵ ਅ ਸਟਰੋਂਗ ਕੋਰਡਨਸ ਆਫ ਪੁਲਿਸ। ਕੋਰਡਨਸ ਮੀਨਸ ਦ ਬੈਰੀਅਰ, ਜਿਹੜੇ ਪੁਲਿਸ ਦੇ ਬੈਰੀਅਰਸ ਲਗਾਏ ਹੁੰਦੇ ਆ ਨਾ ਟੂ ਕੀਪ ਦ ਕਰਾਊਡ ਫਰੋਮ ਇਨਵੇਡਿੰਗ ਦ ਫੀਲਡ, ਤਾਂ ਕਿ ਜਿਹੜੀ ਕਰਾਊਡ ਹੈ, ਜਿਹੜੇ ਕਿ ਲੋਕਾਂ ਦੀ ਭੀੜ ਹੈ ਉਹ ਗਰਾਊਂਡ ਜਿਹੜੀ ਪਲੇ ਫੀਲਡ ਹੈ ਨਾ ਗਰਾਊਂਡ ਦੇ ਉੱਤੇ ਨਾ ਆ ਜਾਣ, ਉੱਥੇ ਆ ਕੇ ਹਮਲਾ ਨਾ ਕਰ ਦੇਣ। ਇਨਵੇਡ ਕਰਨਾ ਹੁੰਦਾ ਹਮਲਾ ਕਰਨਾ। ਇਨ ਬਰਮਾ ਹੈਵ ਸੀਨ ਦ ਸਪੋਰਟਰਸ ਔਨ ਵਨ ਸਾਈਡ ਬ੍ਰੇਕ ਥਰੂ ਦ ਪੁਲਿਸ ਐਂਡ ਡਿਸੇਬਲ ਦ ਗੋਲ ਕੀਪਰ ਆਫ ਦ ਅਪੋਜ਼ਿੰਗ ਸਾਈਡ ਐਟ ਅ ਕ੍ਰਿਟੀਕਲ ਮੂਮੈਂਟ। ਕਹਿੰਦੇ ਮੇਰੇ ਕੋਲ ਇੱਕ ਐਗਜ਼ਾਮਪਲ ਹੈ, ਮੈਂ ਬਰਮਾ ਦੇ ਵਿੱਚ ਦੇਖਿਆ ਸਪੋਰਟਰਸ ਜਿਹੜੇ ਸੀਗੇ ਬਰਮਾ ਦੇ ਇੱਕ ਸਾਈਡ ਤੋਂ ਪੁਲਿਸ ਦੀ ਇਹ ਜਿਹੜੀ ਨਾਕਾ ਸੀ ਨਾ ਉਹਨੂੰ ਤੋੜ ਕੇ ਉੱਥੇ ਆ ਗਏ, ਫੀਲਡ ਦੇ ਵਿੱਚ ਆ ਗਏ, ਡਿਸੇਬਲ ਦਾ ਗੋਲ ਕੀਪਰ ਜਿਹੜੀ ਓਪੋਜ਼ਿਟ ਟੀਮ ਦਾ ਗੋਲ ਕੀਪਰ ਸੀ ਨਾ ਉਹਨੂੰ ਰੋਕ ਦਿੱਤਾ ਐਟ ਦਾ ਕ੍ਰਿਟੀਕਲ ਮੂਮੈਂਟ, ਜਦੋਂ ਕਿ ਗੋਲ ਹੋਣ ਵਾਲਾ ਹੀ ਸੀ, ਮਤਲਬ ਕਿ ਜਾਂ ਗੋਲ ਰੁਕਣ ਵਾਲਾ ਸੀ ਆਪਾਂ ਕਹਿ ਸਕਦੇ ਹਾਂ, ਉਹ ਰੋਕ ਸਕਦਾ ਸੀ ਜਾਂ ਹੋ ਸਕਦਾ ਸੀ ਉਹਨਾਂ ਦਾ ਗੋਲ ਹੋ ਜਾਂਦਾ। ਸੋ ਉਸ ਕ੍ਰਿਟੀਕਲ ਮੂਮੈਂਟ 'ਤੇ ਉਹਨਾਂ ਨੇ ਆ ਕੇ ਫੀਲਡ ਦੇ ਉੱਤੇ
ਹਮਲਾ ਕਰ ਦਿੱਤਾ ਐਂਡ ਉੱਥੇ ਗੋਲਕੀਪਰ ਨੂੰ ਰੋਕ ਲਿਆ। ਦ ਫਰਸਟ ਬਿਗ ਫੁੱਟਬਾਲ ਮੈਚ ਦੈਟ ਵਾਜ਼ ਪਲੇਡ ਇਨ ਸਪੇਨ ਅਬਾਊਟ 15 years ago ਲੀਡ ਟੂ ਅਨਕੰਟਰੋਲੇਬਲ ਰਾਇਟ। ਕਹਿੰਦੇ ਸਭ ਤੋਂ ਵੱਡਾ ਫੁੱਟਬਾਲ ਮੈਚ ਸਪੇਨ ਦੇ ਵਿੱਚ ਅੱਜ ਤੋਂ 15 ਸਾਲ ਪਹਿਲਾਂ ਖੇਲਿਆ ਗਿਆ ਸੀ। ਕਦੋਂ ਅੱਜ ਤੋਂ? ਮਤਲਬ ਜਦੋਂ ਰਾਈਟਰ ਨੇ ਇਹ ਲਿਖਿਆ, ਇਹ ਪ੍ਰੋਜ਼ ਉਹਨਾਂ ਨੇ ਲਿਖੀ। ਲੀਡ ਟੂ ਅਨਕੰਟਰੋਲੇਬਲ ਰਾਇਟ, ਜਦੋਂ ਕਹਿੰਦੇ ਸਪੇਨ ਦੇ ਵਿੱਚ ਮੈਚ ਖੇਡਿਆ ਸੀ ਨਾ, ਉਸ ਤੋਂ ਬਾਅਦ ਉੱਥੇ ਦੰਗੇ ਹੋਣੇ ਸ਼ੁਰੂ ਹੋ ਗਏ ਸੀ, ਰਾਇਟਸ ਹੋਣੇ ਸ਼ੁਰੂ ਹੋ ਗਏ ਸੀ ਔਰ ਬਿਨਾਂ ਅਥੋਰਿਟੀਜ਼ ਦੇ ਹੱਥ ਦੇ ਵਿੱਚ ਕੰਟਰੋਲ ਨਹੀਂ ਸੀ ਕਿ ਉਹਨਾਂ ਨੂੰ ਰੋਕ ਪਾਉਣ। As soon as strong feelings of rivalry are aroused, the notion of playing the game according to rules always vanishes. ਕਹਿੰਦੇ as soon as strong feelings of rivalry ਕੀ ਹੁੰਦਾ ਆ? ਵਿਰੋਧੀ ਹੋਣਾ ਕਿਸੇ ਦੇ ਨਾ। ਜਦੋਂ ਸਾਡੇ ਮਨ ਦੇ ਵਿੱਚ ਬਹੁਤ ਸਟਰੋਂਗ ਫੀਲਿੰਗਸ ਆ ਜਾਂਦੀਆਂ ਕਿ ਸਾਡੇ ਵਿਰੋਧੀ ਹੈ, the notion of playing notion means belief of playing game according to rules always vanishes। ਫਿਰ ਜਿਹੜਾ ਸਾਨੂੰ ਹੁੰਦਾ ਨਾ ਕਿ ਰੂਲਸ ਦੇ ਅਕੋਰਡਿੰਗ ਗੇਮ ਖੇਡਣੀ ਆ, ਉਹ ਰੂਲਸ ਖਤਮ ਹੋ ਜਾਂਦੇ ਆ, ਵੈਨਿਸ਼ ਹੋ ਜਾਂਦੇ ਆ। ਔਰ ਇਹਦੇ ਵਿੱਚ ਸਾਡੇ ਅੰਦਰ ਇਹ ਫੀਲਿੰਗ ਆ ਜਾਂਦੀ ਕਿ ਸਾਡੇ ਵਿਰੋਧੀ ਹੈ ਔਰ ਅਸੀਂ ਇਹਨਾਂ ਨੂੰ ਕਿਸੇ ਤਰ੍ਹਾਂ ਵੀ ਹਰਾਉਣਾ ਹੈ, ਰੂਲਸ ਫੋਲੋ ਹੋਣ ਜਾਂ ਨਾ ਹੋਣ। People want to see one side on top and other side humiliated, and they forget that victory gained through cheating or even through intervention of the crowd is meaningless। ਕਹਿੰਦੇ ਕਿ ਲੋਕਾਂ ਨੂੰ ਹੁੰਦਾ ਹੈ ਕਿ ਇੱਕ ਸਾਈਡ ਉੱਪਰ ਜਾਵੇ, ਠੀਕ ਹੈ, ਜਿਸ ਤਰ੍ਹਾਂ ਹਰ ਕੋਈ ਚਾਹੁੰਦਾ ਹੈ ਕਿ ਜਿਹੜੇ ਮੇਰੀ ਸਾਈਡ ਦੀ ਟੀਮ ਹੈ ਉਹ ਉੱਪਰ ਹੋਵੇ, ਟੌਪ 'ਤੇ ਹੋਵੇ, ਅਤੇ ਦੂਸਰੀ ਸਾਈਡ ਜਿਹੜੀ ਹੈ ਉਹਨਾਂ ਦੀ ਬੇਇੱਜ਼ਤੀ ਹੋਵੇ, ਹਿਊਮਿਲੀਏਟਿਡ ਹੋਣ ਹਾਰਨ ਤੋਂ ਬਾਅਦ। ਬਟ ਉਹ ਇਹ ਭੁੱਲ ਜਾਂਦੇ ਆ ਦ ਵਿਕਟਰੀ ਗੇਨ ਥਰੂ ਚੀਟਿੰਗ, ਜੇ ਅਸੀਂ ਚੀਟਿੰਗ ਕਰਕੇ ਕਿਸੇ ਤੋਂ ਵਿਕਟਰੀ, ਕਿਸੇ ਜਿੱਤ ਹਾਸਿਲ ਕਰਦੇ ਹਾਂ, ਔਰ ਥਰੂ ਦਾ ਇੰਟਰਵੈਂਸ਼ਨ ਆਫ ਦਾ ਕਰਾਊਡ, ਜਾਂ ਸਾਡੇ ਆਪਣੀ ਜਿਹੜੀ ਕਰਾਊਡ ਹੈ, ਭੀੜ ਹੈ, ਆਡੀਅੰਸ, ਉਹ ਆ ਕੇ ਕੁਛ ਵਿੱਚ ਕਰਦੀ ਹੈ, ਤਾਂ ਉਹ ਜਿਹੜੀ ਵਿਕਟਰੀ ਹੈ ਫਿਰ ਮੀਨਿੰਗਲੈਸ ਹੋ ਜਾਂਦੀ ਹੈ। Even when the spectators don't intervene physically, they try to influence the game by cheering their own side and rattling opposing players with woos and insults। ਕਈ ਵਾਰ ਕਹਿੰਦੇ ਜਿਹੜੇ ਸਪੈਕਟੇਟਰਸ ਹੈ ਨਾ, ਆਡੀਅੰਸ ਹੈ ਜਿਹੜੀ, do not intervene physically ਨਹੀਂ, ਮਤਲਬ ਆਪ ਨਹੀਂ ਉੱਥੇ ਪਲੇ ਫੀਲਡ ਦੇ ਵਿੱਚ ਫਿਜ਼ੀਕਲੀ ਪਹੁੰਚਦੇ ਨਹੀਂ ਆ, ਮਤਲਬ ਰੋਕਦੇ ਨਹੀਂ ਆ ਮੈਚ ਨੂੰ ਉੱਥੇ ਆ ਕੇ, ਬਟ ਦੇ ਟਰਾਈ ਟੂ ਇਨਫਲੂਐਂਸ ਦਾ ਗੇਮ। ਲੇਕਿਨ ਉਹ ਬਾਹਰ ਬੈਠੇ ਵੀ ਸਟੇਡੀਅਮ ਦੇ ਵਿੱਚ ਵੀ ਗੇਮ ਨੂੰ ਇਨਫਲੂਐਂਸ ਕਰਨ ਦੀ ਕੋਸ਼ਿਸ਼ ਕਰਦੇ ਆ ਬਾਈ ਚੀਅਰਿੰਗ ਦੇਅਰ ਓਨ ਸਾਈਡ, ਆਪਣੀ ਸਾਈਡ ਦਾ ਤਾਂ ਹੌਸਲਾ ਵਧਾ ਰਹੇ ਹੁੰਦੇ, ਚੀਅਰਿੰਗ ਐਂਡ ਰੈਟਲਿੰਗ ਅਪੋਜ਼ਿੰਗ ਪਲੇਅਰਸ ਵਿਦ ਬੂਜ਼ ਐਂਡ ਇਨਸਲਟਸ। ਰੈਟਲਿੰਗ ਕੀ ਹੁੰਦਾ ਹੈ? ਵੈਰੀ ਸ਼ਾਰਪ ਸਾਊਂਡਸ। ਔਰ ਬਟ ਜਿਹੜੀ ਦੂਸਰੀ ਅਪੋਜ਼ਿੰਗ ਪਲੇਅਰਸ ਹੁੰਦੇ ਆ ਉਹਨਾਂ ਨੂੰ ਬਹੁਤ ਤਿੱਖੇ ਸ਼ਬਦਾਂ ਦੇ ਵਿੱਚ, ਬਹੁਤ ਤਿੱਖੀ ਆਵਾਜ਼ ਦੇ ਵਿੱਚ ਉਹਨਾਂ ਦੀ ਇਨਸਲਟ ਕਰਦੇ, ਉਹਨਾਂ ਨੂੰ ਵੂ ਕਰਦੇ ਆ, ਉਹਨਾਂ ਨੂੰ ਲੈਟ ਦੈਮ ਡਾਊਨ ਕਰਦੇ ਆ। ਸੋ ਇਹਦੇ ਨਾਲ ਵੀ ਕਹਿੰਦੇ ਕਿ ਬਹੁਤ ਇਫੈਕਟ ਹੁੰਦਾ ਆ ਸਪੈਕਟੇਟਰਸ ਇਸ ਤਰ੍ਹਾਂ ਵੀ, ਫਿਜ਼ੀਕਲੀ ਨਹੀਂ ਬਟ ਇੱਕ ਦੂਸਰੇ ਪਲੇਅਰਸ ਨੂੰ ਮੈਂਟਲੀ ਕੀ ਕਰਦੇ ਆ? ਹਰਾਸ ਕਰਦੇ ਆ। ਸੀਰੀਅਸ ਸਪੋਰਟਸ ਹੈਜ਼ ਨਥਿੰਗ ਟੂ ਡੂ ਵਿਦ ਫੇਅਰ ਪਲੇ। It is bound up with hatred, jealousy, boastfulness, disregard of all rules, and sadistic pleasure in witnessing violence. In other words, it is war minus shooting। ਕਹਿੰਦੇ ਕਿ ਜਿਹੜਾ ਆਪਾਂ ਕਹਿੰਦੇ ਹਾਂ ਕਿ ਸੀਰੀਅਸ ਸਪੋਰਟ ਹੈ ਨਾ, ਉਹਦਾ ਕੋਈ ਵੀ ਲੈਣਾ ਦੇਣਾ ਨਹੀਂ ਆ ਵਿਦ ਦਾ ਫੇਅਰ ਪਲੇ। ਜਿਹੜੀ ਜਿੱਥੇ ਸਪੋਰਟਸ ਨੂੰ ਲੈ ਕੇ ਲੋਕ ਬਹੁਤ ਸੀਰੀਅਸ ਹੈ ਨਾ, ਉੱਥੇ ਫੇਅਰਨੈਸ ਨਹੀਂ ਆ ਸਕਦੀ, ਉੱਥੇ ਕੁਛ ਨਾ ਕੁਛ ਕੰਟਰੋਵਰਸੀਜ਼, ਚੀਟਿੰਗ ਚੱਲਦੀਆਂ ਰਹਿੰਦੀਆਂ ਆ। ਸੀਰੀਅਸ ਪਲੇ ਨੂੰ ਤਾਂ ਕਹਿੰਦੇ ਹੁਣ ਬਾਉਂਡ ਅਪ ਕਰ ਦਿੱਤਾ ਹੈ ਵਿਦ ਹੇਟਰੇਡ, ਨਫ਼ਰਤ ਦੇ ਨਾਲ, ਜੈਲਸੀ ਦੇ ਨਾਲ, ਬੂਸਟਫੁਲਨੈਸ ਮਤਲਬ ਬਹੁਤ ਜ਼ਿਆਦਾ ਆਪਣੇ ਆਪ 'ਤੇ ਪ੍ਰਾਈਡ ਫੀਲ ਕਰਨਾ, ਡਿਸਰਿਗਾਰਡ ਆਫ ਰੂਲਸ, ਆਲ ਰੂਲਸ, ਸਾਰੇ ਰੂਲਸ ਖਤਮ ਹੋ ਚੁੱਕੇ ਆ। ਸੈਡਿਸਟਿਕ ਮੀਨਸ ਦਾ ਕਰੂਅਲ ਪਲੇਜ਼ਰ, ਉਹਨਾਂ ਨੂੰ ਸਗੋਂ ਮਜ਼ਾ ਆਉਂਦਾ ਆ, ਈਵਲ ਪਲੇਜ਼ਰ, ਉਹਨਾਂ ਨੂੰ ਸਗੋਂ ਮਜ਼ਾ ਆਉਂਦਾ ਆ ਇਨ ਵਿਟਨਸਿੰਗ ਵਾਇਲੈਂਸ ਵਿਟਨਸ ਕਰਕੇ ਵੀ ਲੋਕਾਂ ਨੂੰ ਹੁਣ ਅੱਜ ਕੱਲ੍ਹ ਮਜ਼ਾ ਆਉਂਦਾ ਆ। ਐਂਡ ਇਨ ਅਦਰ ਵਰਡਸ ਉਹਨਾਂ ਦੇ ਅਕੋਰਡਿੰਗ ਸਪੋਰਟਸ ਅੱਜ ਕੱਲ੍ਹ ਕੀ ਹੈ? ਵਾਰ ਮਾਈਨਸ ਸ਼ੂਟਿੰਗ। ਸਪੋਰਟਸ ਵੀ ਅੱਜ ਕੱਲ੍ਹ ਜੰਗ ਹੈ ਜਿਹਦੇ ਵਿੱਚ
ਜਿਹੜੀ ਕਿ ਵਾਰ ਜਿਹੜੀ ਹੈ ਉਹ ਹੋ ਰਹੀ ਹੈ, ਬਟ ਇੱਕ ਤਰ੍ਹਾਂ ਨਾਲ ਸ਼ੂਟਿੰਗ ਦੇ ਥਰੂ ਨਹੀਂ, ਕਿਕਿੰਗ ਐਂਡ ਜੰਪਿੰਗ ਇਹਨਾਂ ਥਰੂ ਹੋ ਰਹੀ ਹੈ। instead of blah blahing means talking uselessly। ਕਹਿੰਦੇ ਫਾਲਤੂ ਗੱਲਾਂ, blah blahing means ਫਾਲਤੂ ਗੱਲਾਂ ਕਰਨ ਦੀ ਮਤਲਬ instead of blah blahing about the clean healthy rivalry of football field, the great part played by the Olympic Games in bringing the nation together, it is more useful to inquire how and why this modern cult of sport arose। ਕਹਿੰਦੇ ਕਿ ਜੇ ਆਪਾਂ ਨਾ ਇਹਦੇ ਬਾਰੇ ਗੱਲਾਂ ਕਰੀ ਜਾਵਾਂਗੇ, ਬਲਾ ਬਲਾਇੰਗ ਮੀਨਸ ਜੇ ਅਸੀਂ ਫਾਲਤੂ ਗੱਲਾਂ ਕਰੀ ਜਾਵਾਂਗੇ ਕਿ ਆਪਾਂ ਕਿਸ ਤਰ੍ਹਾਂ ਕਲੀਨ ਹੈਲਦੀ ਰਾਈਵਲਰੀ ਲੈ ਕੇ ਆਈਏ ਫੁੱਟਬਾਲ ਫੀਲਡ ਦੇ ਵਿੱਚ, ਕੀ ਪਾਰਟ ਪਲੇ ਕਰਦੀਆਂ ਓਲੰਪਿਕ ਗੇਮਸ ਨੇਸ਼ਨਸ ਨੂੰ ਇਕੱਠਾ ਲਿਆਉਣ ਦੇ ਵਿੱਚ। ਇਹਨਾਂ ਚੀਜ਼ਾਂ ਨੂੰ ਕਹਿੰਦੇ ਡਿਸਕਸ ਕਰਨ ਦੀ ਜ਼ਰੂਰਤ ਨਹੀਂ ਹੈ। ਜੇ ਇਹਨਾਂ ਚੀਜ਼ਾਂ ਨੂੰ ਅਸੀਂ ਡਿਸਕਸ ਕਰਦੇ ਹਾਂ ਕਿ ਹਾਂ ਜੀ ਦੱਸੋ ਕਿ ਓਲੰਪਿਕ ਗੇਮਸ ਨਾਲ ਕਿਹੜੀਆਂ ਨੇਸ਼ਨਸ ਇਕੱਠੀਆਂ ਹੋਈਆਂ, ਕੀ ਫਾਇਦਾ ਹੋਇਆ, ਜਾਂ ਕਿੱਦਾਂ ਅਸੀਂ ਹੈਲਦੀ ਰਾਈਵਲਰੀ ਫੁੱਟਬਾਲ ਗੇਮਸ ਦੇ ਵਿੱਚ ਲੈ ਕੇ ਆਈਏ, ਇਟ ਵੁੱਡ ਬੀ ਬਲਾ ਬਲਾਇੰਗ। ਕਹਿੰਦੇ ਇਹਦਾ ਕੋਈ ਫਾਇਦਾ ਨਹੀਂ ਹੋਣਾ। more useful ki it is more useful to inquire how and why this modern cult of sport arose। a cult means change। ਕਹਿੰਦੇ ਕਿ ਯੂਜ਼ਫੁਲ ਇਹ ਹੋਊਗਾ ਕਿ ਅਸੀਂ ਇਨਕੁਆਇਰੀ ਕਰੀਏ ਕਿ ਜਿਹੜਾ ਚੇਂਜ ਆ ਰਿਹਾ ਹੈ ਗੇਮਸ ਦੇ ਵਿੱਚ, ਜਿਸ ਤਰ੍ਹਾਂ ਇਹਨਾਂ ਗੇਮਸ ਦੇ ਵਿੱਚ ਐਨੀਮੋਸਿਟੀ ਹੇਟਰਡਨੈਸ ਵੱਧ ਰਹੀ ਹੈ, ਰਾਈਵਲਰੀ ਨੇਸ਼ਨਸ ਦੇ ਵਿੱਚ ਵੱਧ ਰਹੀ ਹੈ, ਮਾਡਰਨ ਚੇਂਜ ਸਪੋਰਟਸ ਦੇ ਵਿੱਚ ਕਿੱਥੋਂ ਸ਼ੁਰੂ ਹੋਇਆ, ਕਿੱਥੋਂ ਅਰਾਊਜ਼ ਹੋ ਰਿਹਾ ਹੈ। ਮੋਸਟ ਆਫ ਦ ਗੇਮਸ we now play are of ancient origin, but sport does not seem to have taken very seriously between Roman times and the 19th century। ਕਹਿੰਦੇ ਜਿੰਨੀਆਂ ਵੀ ਆਪਾਂ ਗੇਮਸ ਖੇਲਦੇ ਹਾਂ ਇਹ ਸਾਰੀਆਂ ਐਂਸ਼ੀਅੰਟ ਓਰੀਜਨ ਦੀਆਂ ਆ, ਬਹੁਤ ਪੁਰਾਣਾ ਹੁਣ ਨਹੀਂ ਬਣੀਆਂ, ਮਾਡਰਨ ਟਾਈਮ ਦੇ ਵਿੱਚ ਨਹੀਂ ਬਣੀਆਂ, ਇਟ ਇਜ਼ ਐਂਸ਼ੀਅੰਟ ਓਰੀਜਨ ਦੇ ਵਿੱਚ ਬਣੀਆਂ ਆ, ਬਹੁਤ ਪੁਰਾਣੇ ਪ੍ਰਾਚੀਨ ਕਾਲ ਦੇ ਵਿੱਚ ਬਣੀਆਂ ਹੋਈਆਂ ਆ। ਬਟ ਕਹਿੰਦੇ ਇੰਨੀ ਸੀਰੀਅਸਨੈਸ ਸਪੋਰਟਸ ਦੇ ਵਿੱਚ ਬਟ ਸਪੋਰਟ ਡਜ਼ ਨਾਟ ਸੀਮ ਟੂ ਹੈਵ ਟੇਕਨ। ਕਹਿੰਦੇ ਜਿਹੜੀਆਂ ਹੁਣ ਰੋਮਨ ਟਾਈਮ ਤੋਂ ਕਈ ਗੇਮਸ ਸ਼ੁਰੂ ਹੋਈਆਂ ਆ, ਹੁਣ 19th ਸੈਂਚੁਰੀ ਤੋਂ ਬਾਅਦ ਚੇਂਜ ਆਉਣ ਲੱਗੀ ਹੈ, 20th ਸੈਂਚੁਰੀ ਦੇ ਵਿੱਚ ਸਭ ਤੋਂ ਜ਼ਿਆਦਾ ਚੇਂਜ ਆਈ ਹੈ, ਜ਼ਿਆਦਾ ਸੀਰੀਅਸਨੈਸ ਵਧੀ ਆ, ਲੜਾਈਆਂ, ਰਾਈਵਲਰੀ, ਹੇਟਰਡਨੈਸ, ਹੈ ਨਾ, ਇਹ ਸਾਰਾ ਕੁਛ ਵੱਧ ਗਿਆ। ਪਰ ਕਹਿੰਦੇ ਇਹ ਸਾਨੂੰ ਇਹ ਦੇਖਣਾ ਚਾਹੀਦਾ ਕਿ ਰੋਮਨ ਟਾਈਮਸ ਤੋਂ ਲੈ ਕੇ 19th ਸੈਂਚੁਰੀ ਤੱਕ ਕਿਉਂ ਨਹੀਂ ਇਹਨਾਂ ਨੂੰ ਇੰਨਾ ਸੀਰੀਅਸ ਲਿਆ ਗਿਆ ਸੀ। why they were not taken very seriously during that period of time। Even in the English public schools, the game cult did not start till the later part of the last century। ਕਹਿੰਦੇ ਈਵਨ ਇੰਗਲਿਸ਼ ਦੇ ਵਿੱਚ ਉਹਨਾਂ ਨੇ ਜਿਹੜਾ ਇਹ ਲਿਖਿਆ ਆ ਪ੍ਰੋਜ਼, ਉਹ 20th ਸੈਂਚੁਰੀ ਦੇ ਵਿੱਚ ਲਿਖਿਆ ਆ, ਠੀਕ ਹੈ। ਸੋ ਜਿਸ ਤਰ੍ਹਾਂ ਹੁਣ 21st ਸੈਂਚੁਰੀ ਚੱਲ ਰਹੀ ਹੈ, ਇਟ ਇਜ਼ 2021, ਸੋ ਇਹਨਾਂ ਨੇ ਲਿਖਿਆ ਹੋਣਾ ਜਿਸ ਤਰ੍ਹਾਂ 19 ਸਮਥਿੰਗ ਦੇ ਵਿੱਚ ਲਿਖਿਆ, ਸੋ ਇਟ ਇਜ਼ ਦਾ 20th ਸੈਂਚੁਰੀ। ਉਹ ਕਹਿੰਦੇ ਕਿ 20th ਸੈਂਚੁਰੀ ਵਿੱਚ ਹੀ ਚੇਂਜਸ ਆਉਣੀਆਂ ਸ਼ੁਰੂ ਹੋਈਆਂ, 19th ਸੈਂਚੁਰੀ ਤੱਕ ਸਭ ਕੁਛ ਠੀਕ ਸੀ। Even in the English public schools, the games cult did not start till the later part of the last century। last century ਕਿਹੜੀ ਸੀ ਫਿਰ? 19th century। 19th century ਦੇ ਕਹਿੰਦੇ ਲਾਸਟ ਤੱਕ ਨਾ, ਅਤੇ ਜਿਹੜੇ ਇੰਗਲਿਸ਼ ਪਬਲਿਕ ਸਕੂਲ ਸੀਗੇ ਉਹਨਾਂ ਦੇ ਵਿੱਚ ਵੀ ਕੋਈ ਗੇਮ ਦੇ ਵਿੱਚ ਬਹੁਤੀ ਚੇਂਜਸ ਨਹੀਂ ਆਈਆਂ ਸੀ। Dr. Arnold means Dr. Matthew Arnold, generally regarded as the founder of the modern public school, looked on games as simply waste of time। ਕਹਿੰਦੇ ਡਾਕਟਰ ਆਰਨਲਡ, ਜਿਨ੍ਹਾਂ ਨੂੰ ਅਸੀਂ ਫਾਊਂਡਰ ਆਫ ਮਾਡਰਨ ਪਬਲਿਕ ਸਕੂਲਸ ਕਹਿੰਦੇ ਹਾਂ, ਉਹਨਾਂ ਨੇ ਤਾਂ ਗੇਮਸ ਨੂੰ ਵੇਸਟ ਆਫ ਟਾਈਮ ਸਮਝਿਆ ਸੀ। Then chiefly in England and United States, games were built up into a heavily financed activity, capable of attracting vast crowds, rousing savage passions and infections spread from country to country। ਲੇਕਿਨ ਕਹਿੰਦੇ ਕਿ ਫਿਰ ਕੀ ਹੋਇਆ ਕਿ ਚੀਫਲੀ ਸਭ ਤੋਂ ਜ਼ਿਆਦਾ ਇੰਪੋਰਟੈਂਟਲੀ ਇਨ ਇੰਗਲੈਂਡ ਐਂਡ ਯੂਨਾਈਟਿਡ ਸਟੇਟਸ ਗੇਮਸ ਦੇ ਉੱਤੇ ਨਾ, ਗੇਮਸ ਵਰ ਬਿਲਡ ਅਪ ਇਨਟੂ ਅ ਹਾਈਲੀ ਫਾਈਨੈਂਸਡ ਐਕਟੀਵਿਟੀ। ਗੇਮਸ ਨੂੰ ਇਹਨਾਂ ਨੇ ਬਹੁਤ ਪੈਸਾ ਲਗਾਉਣਾ ਸ਼ੁਰੂ ਕਰ ਦਿੱਤਾ। ਇੰਗਲੈਂਡ ਅਤੇ USA ਨੇ ਨਾ ਇਸ ਐਕਟੀਵਿਟੀ ਉੱਤੇ ਇਹਨੂੰ ਹਾਈਲੀ ਫਾਈਨੈਂਸਡ ਐਕਟੀਵਿਟੀ ਬਣਾ ਦਿੱਤਾ। ਔਰ ਕਹਿੰਦੇ ਇਹਦੇ ਨਾਲ ਨਾ
ਵਾਸਟ ਕਰਾਊਡਸ, ਬਹੁਤ ਜ਼ਿਆਦਾ ਕਰਾਊਡਸ ਇਸ ਐਕਟੀਵਿਟੀ ਦੇ ਵਿੱਚ ਨਾ, ਜਦੋਂ ਉਹਨਾਂ ਨੇ ਇੰਨਾ ਪੈਸਾ ਲਗਾਉਣਾ ਸ਼ੁਰੂ ਕਰ ਦਿੱਤਾ ਅਤੇ ਇਹਨੂੰ ਲੋਕਾਂ ਨੂੰ ਆਪਣੇ ਵੱਲ ਅਟਰੈਕਟ ਕਰਨਾ ਸ਼ੁਰੂ ਕਰ ਦਿੱਤਾ, ਵਾਸਟ ਕਰਾਊਡਸ ਆਉਣੀਆਂ ਸ਼ੁਰੂ ਹੋ ਗਈਆਂ ਅਤੇ ਉਹਨਾਂ ਦੇ ਵਿੱਚ ਰਾਊਜ਼ਿੰਗ ਸੈਵੇਜ ਪੈਸ਼ਨ, ਵਾਈਲਡ ਫੀਲਿੰਗਸ ਆਉਣ ਲੱਗ ਪਈਆਂ ਆਪਣੀ ਆਪਣੀ ਟੀਮਸ ਨੂੰ ਲੈ ਕੇ, ਐਂਡ ਇਨਫੈਕਸ਼ਨ ਵੀ ਇਹਦੇ ਨਾਲ ਫੈਲਣਾ ਸ਼ੁਰੂ ਹੋਇਆ। It is the most violently combative sports. Combative means aggressive sports, football and boxing, that have spread the widest। और ਕਹਿੰਦੇ ਜਿਹੜੀਆਂ violent sports ਹੈ ਨਾ, ਫੋਰ ਐਗਜ਼ਾਮਪਲ 2 ਵਾਇਲੈਂਟ ਸਪੋਰਟਸ ਦੀ ਉਹਨਾਂ ਨੇ ਇੱਥੇ ਗੱਲ ਕੀਤੀ ਹੈ, ਫੁੱਟਬਾਲ ਐਂਡ ਬਾਕਸਿੰਗ, ਜਿਹੜੀਆਂ ਕਿ ਸਭ ਤੋਂ ਜ਼ਿਆਦਾ ਸਪਰੈਡ ਹੈ। There cannot be much doubt that the whole thing is bound up with the rise of nationalism, that is, with the lunatic modern habit of identifying oneself with large power units and seeing everything in terms of competitive prestige। ਕਹਿੰਦੇ ਕਿ ਇਹਦੇ ਵਿੱਚ there cannot be much doubt, ਕਹਿੰਦੇ ਇਹਦੇ ਵਿੱਚ ਵੀ ਜ਼ਿਆਦਾ ਕੋਈ ਸ਼ੱਕ ਨਹੀਂ ਹੈ, the whole thing is bound up with the rise of nationalism। rise of nationalism ਕੀ ਹੁੰਦਾ ਹੈ? rise of feelings of patriotism for the nation, ਆਪਣੇ ਦੇਸ਼ ਦੇ ਪ੍ਰਤੀ ਫੀਲਿੰਗ, ਪਿਆਰ ਭਰੀਆਂ ਭਾਵਨਾਵਾਂ ਜਾਗਣੀਆਂ, ਦੈਟਸ ਨੈਸ਼ਨਲਿਜ਼ਮ, ਹੈ ਨਾ। ਔਰ ਕਹਿੰਦੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੇ ਨੈਸ਼ਨਲਿਜ਼ਮ ਦੇ ਨਾਲ ਬਾਉਂਡ ਅਪ ਕਰ ਦਿੱਤਾ, ਠੀਕ ਹੈ। that is the lunatic modern habit। ਇਹ ਕਹਿੰਦੇ ਸਾਡੀ ਨਾ ਲੁਨੈਂਟਿਕ ਕੀ ਹੁੰਦਾ? ਮੈਡਨੈਸ। ਇਹ ਕਹਿੰਦੇ ਸਾਡੀ ਅੱਜ ਪਾਗਲਪਨ ਵਾਲੀ ਆਦਤ ਬਣ ਚੁੱਕੀ ਹੈ ਕਿ ਅਸੀਂ ਆਪਣੇ ਆਪ ਨੂੰ ਆਈਡੈਂਟੀਫਾਈਂਗ ਵਿਦ ਦ ਲਾਰਜਰ ਪਾਵਰ ਯੂਨਿਟਸ ਐਂਡ ਸੀਇੰਗ ਐਵਰੀਥਿੰਗ ਇਨ ਟਰਮਸ ਆਫ ਕੰਪੀਟੀਟਿਵ ਪ੍ਰੈਸਟੀਜ ਮੀਨਸ ਇੱਜ਼ਤ। ਹੁਣ ਕਹਿੰਦੇ ਸਾਡੀ ਆਦਤ ਹੋ ਗਈ ਹੈ ਕਿ ਅਸੀਂ ਆਪਣੇ ਆਪ ਨੂੰ ਆਈਡੈਂਟੀਫਾਈ ਕਰਦੇ ਹਾਂ ਕਿ ਸਾਡੇ ਖਿਲਾਫ ਕਿਹੜਾ ਲਾਰਜਰ ਯੂਨਿਟ ਹੈ ਜਿਹੜਾ ਹੈਗਾ ਆ, ਠੀਕ ਹੈ। ਉਹਦੇ ਨਾਲ ਅਸੀਂ ਸਾਰਾ ਕੁਝ ਫਿਰ ਅਸੀਂ ਹੁਣ ਆਪਣੇ ਨੇਸ਼ਨ, ਫੋਰ ਐਗਜ਼ਾਮਪਲ ਇੰਡੀਆ, ਅਸੀਂ ਇਹ ਦੇਖ ਲਿਆ ਹੈ ਕਿ ਸਾਡੇ ਤੋਂ ਡਿਵੈਲਪਡ ਕੰਟਰੀਜ਼ ਕਿਹੜੀਆਂ, ਇੰਗਲੈਂਡ ਹੈ, USA ਹੈ, ਅਗਰ ਆਸਟ੍ਰੇਲੀਆ ਹੈ, ਉਹਨਾਂ ਜਦੋਂ ਟੀਮਸ, ਜਦੋਂ ਉਹਨਾਂ ਦੇ ਨਾਲ ਜਦੋਂ ਅਸੀਂ ਸਪੋਰਟਸ ਖੇਡਦੇ ਹਾਂ ਨਾ, ਉਸ ਟਾਈਮ ਜਿਹੜੀ ਉਹ ਨੈਸ਼ਨਲਿਜ਼ਮ ਨਾ ਫੀਲਿੰਗ ਆ, ਉਹ ਸਾਡੇ 'ਚ ਬਹੁਤ ਜ਼ਿਆਦਾ ਹਾਵੀ ਹੋ ਜਾਂਦੀ ਹੈ। ਔਰ ਅਸੀਂ ਸਾਰਾ ਕੁਛ ਜਿਹੜਾ ਆ ਉਹ ਕੰਪੀਟੀਸ਼ਨ ਦੇ ਪੁਆਇੰਟ ਆਫ ਵਿਊ ਨਾਲ ਦੇਖਣ ਲੱਗ ਪਏ ਕਿ ਅਸੀਂ ਨਾ ਲੋਕਾਂ ਨੂੰ ਹਰਾਉਣਾ ਆ। ਇਹ ਲੋਕੀ ਚਲੋ ਸਾਡੇ 'ਚ ਪਾਵਰ 'ਚ ਸਾਡੇ ਨਾਲੋਂ ਜ਼ਿਆਦਾ ਆ, ਲੇਕਿਨ ਅਸੀਂ ਇਹਨਾਂ ਨੂੰ ਸਪੋਰਟਸ ਵਿੱਚ ਹਰਾ ਸਕਦੇ ਹਾਂ, ਇਹਨਾਂ ਦੀ ਇਨਸਲਟ ਕਰ ਸਕਦੇ ਹਾਂ, ਸਾਡੀ ਇੱਜ਼ਤ ਦਾ ਸਵਾਲ ਹੈ, ਅਸੀਂ ਇਹਨਾਂ ਨੂੰ ਹਰਾਉਣਾ। ਸੋ ਇਸ ਤਰ੍ਹਾਂ ਦੀਆਂ ਗੱਲਾਂ। Also, organized games are more likely to flourish in urban communities where the average human being lives a sedentary or at least a confined life and does not get much opportunity for creative labor। ਔਰ ਕਹਿੰਦੇ ਜਿਹੜੀਆਂ ਇਹ ਸਾਰੀਆਂ ਆਰਗੇਨਾਈਜ਼ਡ ਗੇਮਸ ਹੈ ਨਾ, ਇਹ ਜਿਨ੍ਹਾਂ ਦੇ ਵਿੱਚ ਬਹੁਤ ਸਾਰਾ ਕੁਛ ਇਨਵੋਲਵ ਹੈ, ਐਕਟੀਵਿਟੀ ਬਹੁਤ ਆਰਗੇਨਾਈਜ਼ਡ ਹੈ, ਅਥੋਰਿਟੀਜ਼ ਇਨਵੋਲਵ ਹੈ ਨਾ, ਸਾਰਾ ਕੁਛ ਬਹੁਤ ਆਰਗੇਨਾਈਜ਼ਡ ਹੁੰਦਾ ਆ। ਉਹ ਕਹਿੰਦੇ ਉਹ ਵਾਲੀਆਂ ਗੇਮਸ ਹੈ ਜਿਹੜੀਆਂ ਅਰਬਨ ਕਮਿਊਨਿਟੀਜ਼ ਦੇ ਵਿੱਚ ਜ਼ਿਆਦਾ ਫਲਰਿਸ਼ ਹੁੰਦੀਆਂ ਆ, ਗਰੋ ਹੁੰਦੀਆਂ ਆ, ਕਿਉਂਕਿ ਉੱਥੇ ਜਿਹੜਾ ਐਵਰੇਜ ਹਿਊਮਨ ਬੀਇੰਗ ਹੈ ਲਿਵਸ ਅ ਸੈਡੈਂਟਰੀ ਲਾਈਫ। ਸੈਡੈਂਟਰੀ ਮੀਨਸ ਇਨਐਕਟਿਵ ਲਾਈਫ, ਅਤੇ ਉਹਦੀ ਜਿਹੜੀ ਜਾਂ ਫਿਰ ਕਨਫਾਈਨਡ ਲਾਈਫ ਹੈ, ਥੋੜ੍ਹੇ ਜਿਹੇ ਹੀ ਹਿੱਸੇ ਦੇ ਵਿੱਚ ਉਹ ਰਹਿੰਦੇ ਆ, ਉੱਥੇ ਕਨਫਾਈਨਡ ਹੈ ਲਾਈਫ ਉਹਨਾਂ ਦੀ। ਡਜ਼ ਨਾਟ ਗੈਟ ਮੱਚ ਓਪਰਚੁਨਿਟੀ ਫॉर ਕ੍ਰੀਏਟਿਵ ਲੇਬਰ। ਇਹਨਾਂ ਲੋਕਾਂ ਨੂੰ ਕਹਿੰਦੇ ਆਪਣੀ ਐਨਰਜੀ ਦਿਖਾਉਣ ਦੇ ਲਈ ਕੋਈ ਲੇਬਰ ਤਾਂ ਕਿਤੇ ਉਹਨਾਂ ਨੂੰ ਕਿਤੇ ਜਾਣ ਦਾ ਮਿਲਦਾ ਨਹੀਂ, ਉਹਨਾਂ ਦੀ ਲਾਈਫ ਬਹੁਤ ਜ਼ਿਆਦਾ ਇਨਐਕਟਿਵ ਹੈ। ਸੋ ਦੇ ਇਨਵੋਲਵ ਇਨ ਦਿਸ ਵਾਚਿੰਗ ਦੀਜ਼ ਕਾਈਂਡ ਆਫ ਗੇਮਸ। In rustic community, a boy or a young man works off a good deal of his surplus energy while walking, swimming, snowballing, climbing trees, riding horses, and various sports involving cruelty to animals such as fishing, cockfighting, ferreting for rats। ਕਹਿੰਦੇ ਜਿਹੜੀ ਰਸਟਿਕ ਕਮਿਊਨਿਟੀ ਹੈ, ਜਿਹੜੇ ਕਿ ਲੋਕ ਪਿੰਡਾਂ ਦੇ ਵਿੱਚ ਥੋੜ੍ਹਾ ਰਹਿੰਦੇ ਆ, ਉਹਨਾਂ ਦੇ ਵਿੱਚ ਚਾਹੇ ਕੋਈ ਬੋਏ ਹੈ ਚਾਹੇ ਯੰਗ ਮੈਨ ਆ, ਵਰਕਸ ਆਫ ਗੁੱਡ ਡੀਲ ਆਫ ਹਿਸ ਸਰਪਲਸ ਐਨਰਜੀ। ਉਹਨਾਂ ਦੇ ਅੰਦਰ ਜਿਹੜੀ ਸਰਪਲਸ ਲੋਡ ਆਫ ਐਨਰਜੀ ਹੈ, ਉਹਨੂੰ ਕਹਿੰਦੇ ਉਸ ਐਨਰਜੀ ਦਾ ਉਹ ਬਹੁਤ ਯੂਜ਼ ਕਰਦੇ। ਵਰਕਸ ਆਫ ਗੁੱਡ ਡੀਲ ਮਤਲਬ ਗ੍ਰੇਟ, ਜ਼ਿਆਦਾ ਯੂਜ਼ ਕਰਦੇ ਆ।
ਉਹ ਵਾਕ ਕਰਦੇ ਆ, ਸਵਿਮਿੰਗ ਵੀ ਕਰਦੇ ਆ, ਸਨੋਬਾਲਿੰਗ, ਕਲਾਈਮਿੰਗ ਟਰੀਜ਼, ਰਾਈਡਿੰਗ ਹਾਰਸਿਸ। ਅਤੇ ਉਹਨਾਂ ਦੀਆਂ ਜਿਹੜੀਆਂ ਸਪੋਰਟਸ ਹੈ, ਉਹਨਾਂ ਦੀਆਂ ਕਈ ਆਪਣੀਆਂ ਸਪੋਰਟਸ ਵੀ ਆ ਜਿਹਦੇ ਵਿੱਚ ਉਹ ਈਵਨ ਐਨੀਮਲਸ ਨੂੰ ਕਰੂਐਲਿਟੀ ਵੀ ਕਰਦੇ ਆ। ਕਰੂਐਲਿਟੀ ਮਤਲਬ ਐਨੀਮਲਸ ਦੇ ਨਾਲ ਥੋੜ੍ਹਾ ਜਿਹਾ ਈਵਲ ਉਹਨਾਂ ਦਾ ਵਿਵਹਾਰ ਹੁੰਦਾ ਆ, ਸੱਚ ਐਜ਼ ਫਿਸ਼ਿੰਗ। ਇਹਦੇ ਵਿੱਚ ਫਿਸ਼ਿੰਗ ਕਰਦੇ ਆ ਉਹ, ਅਤੇ ਉਹਨਾਂ ਫਿਸ਼ਿਜ਼ ਨੂੰ ਫਿਰ ਪਕੜ ਲੈਂਦੇ ਆ, ਖਾ ਲੈਂਦੇ ਆ। ਕੋਕ ਫਾਈਟਿੰਗ ਹੈ ਨਾ, ਕਿ ਜਿਹੜੇ ਮੁਰਗੇ ਹੁੰਦੇ ਆ ਉਹਨਾਂ ਦੀ ਫਾਈਟਿੰਗ ਕਰਵਾਉਂਦੇ ਆ, ਕੁੱਕੜ ਉਹਨਾਂ ਦੀ ਫਾਈਟਿੰਗ। ਫੈਰਟਿੰਗ ਫॉर ਰੈਟਸ, ਫੈਰਟਿੰਗ ਮੀਨਸ ਹੰਟਿੰਗ, ਚੂਹਿਆਂ ਨੂੰ ਪਕੜਨਾ। ਸੋ ਇਸ ਤਰ੍ਹਾਂ ਦੀਆਂ ਇਹਨਾਂ ਦੀ ਇਹ ਲੋਕ ਤਾਂ ਸਗੋਂ ਇਹਨਾਂ ਗੇਮਸ ਦੇ ਵਿੱਚ ਇਨਵੋਲਵ ਹੈ ਜਿਹਦੇ ਵਿੱਚ ਈਵਨ ਕਰੂਐਲਿਟੀ ਟੂ ਐਨੀਮਲਸ ਦੇਖਣ ਨੂੰ ਮਿਲਦੀ ਆ, ਬਟ ਉਹ ਆਪਣੀ ਐਨਰਜੀ ਦਾ ਕਿਸੇ ਨਾ ਕਿਸੇ ਤਰ੍ਹਾਂ ਯੂਜ਼ ਕਰ ਰਹੇ ਆ। In a big town, one must indulge in group activities if one wants an outlet for physical strength or for one's sadistic impulses। ਹੁਣ ਕਹਿੰਦੇ ਅਗਰ ਤੁਸੀਂ ਬਹੁਤ ਵੱਡੇ ਸ਼ਹਿਰ 'ਚ ਰਹਿੰਦੇ ਆ ਨਾ, ਤਾਂ ਤੁਹਾਨੂੰ ਨਾ ਗਰੁੱਪ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੋਣਾ ਚਾਹੀਦਾ ਆ ਇਫ ਯੂ ਵਾਂਟ, ਤਾਂ ਕਿ ਤੁਹਾਡੀ ਜਿਹੜੀ ਫਿਜ਼ੀਕਲ ਸਟਰੈਂਥ ਆ, ਤੁਹਾਡੇ ਅੰਦਰ ਜਿਹੜੀ ਬਹੁਤ ਐਨਰਜੀ ਆ, ਉਹਦਾ ਆਊਟਲੈਟ ਮਿਲੇ, ਉਹਨੂੰ ਬਾਹਰ ਨਿਕਲੇ ਐਨਰਜੀ ਤੁਹਾਡੀ। ਐਂਡ ਵਨ ਸੈਡਿਸਟਿਕ ਮੀਨਸ ਈਵਲ ਇੰਪਲਸਿਸ। ਜਦੋਂ ਤੁਸੀਂ ਬੈਠੇ ਰਹਿੰਦੇ ਆ, ਵਿਹਲੇ ਰਹਿੰਦੇ ਆ, ਵਿਹਲਾ ਮਨ ਸ਼ੈਤਾਨ ਦਾ ਘਰ ਹੈ ਨਾ, ਅਤੇ ਉਹ ਤੁਹਾਡੇ ਅੰਦਰ ਈਵਲ ਸੋਚ ਪੈਦਾ ਹੁੰਦੀ ਆ। ਜੇਕਰ ਤੁਸੀਂ ਯੂ ਵਿਲ ਬੀ ਇਨਵੋਲਵ ਇਨ ਗਰੁੱਪ ਐਕਟੀਵਿਟੀਜ਼, ਤੁਹਾਡੀ ਐਨਰਜੀ ਉੱਥੇ ਯੂਜ਼ ਹੋਊਗੀ। ਐਂਡ ਜਿਹੜੀਆਂ ਈਵਲ ਥਿੰਕਿੰਗ ਹੈ, ਜਾਂ ਤੁਹਾਡੀ ਜਿਹੜੀ ਸਰਪਲਸ ਐਨਰਜੀ ਹੈ, ਜਿਹੜੀ ਤੁਸੀਂ ਜਾ ਕੇ ਸਟੇਡੀਅਮ ਦੇ ਵਿੱਚ ਟੀਮ ਦੇ ਸਾਹਮਣੇ ਦਿਖਾਉਂਦੇ ਆ, ਉਹ ਤੁਹਾਡੀ ਯੂਜ਼ ਹੋ ਜਾਏਗੀ। ਗੇਮਸ ਆਰ ਟੇਕਨ ਸੀਰੀਅਸਲੀ ਇਨ ਲੰਡਨ, ਨਿਊਯਾਰਕ, ਐਂਡ they were taken seriously in Rome and Byzantium. In the Middle Ages, they were played and probably played with much physical brutality, but they were not mixed with politics or cause of any group hatred। ਕਹਿੰਦੇ ਹੁਣ ਜਿਹੜੀਆਂ ਗੇਮਸ ਆ ਜ਼ਿਆਦਾਤਰ ਲੰਡਨ ਅਤੇ ਨਿਊਯਾਰਕ ਦੇ ਵਿੱਚ ਸੀਰੀਅਸਲੀ ਲਈ ਜਾ ਰਹੀ ਹੈ। ਕਹਿੰਦੇ ਉਹ ਸੀਰੀਅਸਲੀ ਲਈ ਜਾਂਦੀ ਸੀ, ਰੋਮ ਐਂਡ ਬਾਇਜ਼ੈਂਟੀਅਮ ਦੇ ਵਿੱਚ ਵੀ ਸੀਰੀਅਸਲੀ ਲਈ ਜਾਂਦੀ ਸੀ। ਜਦੋਂ ਮਿਡਲ ਏਜਿਸ ਸੀਗੀਆਂ, ਉਦੋਂ ਵੀ ਲੋਕ ਗੇਮਸ ਖੇਡਦੇ ਹੁੰਦੇ ਸੀਗੇ। ਪ੍ਰੋਬੇਬਲੀ ਪਲੇਡ ਵਿਦ ਮਚ ਫਿਜ਼ੀਕਲ ਬਰੂਟੈਲਿਟੀ। ਕਹਿੰਦੇ ਹੋ ਸਕਦਾ ਹੁਣ ਨਾਲੋਂ ਵੀ ਜ਼ਿਆਦਾ ਫਿਜ਼ੀਕਲ ਬਰੂਟੈਲਿਟੀ ਦੇ ਨਾਲ ਖੇਡਦੇ ਹੋਣ। ਬਰੂਟੈਲਿਟੀ ਕੀ ਹੁੰਦਾ ਆ, ਕਿਸੇ ਨੂੰ ਜਿਸ ਤਰ੍ਹਾਂ ਹਾਰਮ ਕਰਦੇ ਨਾ, ਫਿਜ਼ੀਕਲੀ ਹਾਰਮ ਕਰ ਦੇਣਾ। ਮਤਲਬ ਹੋ ਸਕਦਾ ਉਸ ਟਾਈਮ ਵੀ ਉਹਨਾਂ ਦੇ ਵਿੱਚ ਬਹੁਤ ਐਨਰਜੀ, ਜੋਸ਼ ਹੁੰਦਾ ਹੋਏਗਾ, ਬਹੁਤ ਜੋਸ਼ ਦੇ ਨਾਲ ਖੇਡਦੇ ਹੋਣਗੇ, ਬਟ ਉਸ ਟਾਈਮ ਬਸ ਇਹ ਸੀ ਕਿ ਇਹਨੂੰ ਮਿਕਸਅਪ ਨਹੀਂ ਸੀ ਕੀਤਾ ਜਾਂਦਾ ਵਿਦ ਦ ਪੋਲੀਟਿਕਸ ਐਂਡ ਦ ਗਰੁੱਪ ਕਾਜ਼ ਆਫ ਗਰੁੱਪ ਹੇਟਰੇਡ। ਉਸ ਟਾਈਮ ਨੇਸ਼ਨ ਵਾਲੀ ਗੱਲ ਇਨਵੋਲਵ ਨਹੀਂ ਸੀ ਹੁੰਦੀ, ਅਤੇ ਉਸ ਟਾਈਮ ਇੱਦਾਂ ਗਰੁੱਪਸ ਦੇ ਵਿੱਚ ਨਫ਼ਰਤ ਨਹੀਂ ਸੀ ਪੈਦਾ ਹੁੰਦੀ, ਨਾ ਹੀ ਉਹਦੇ ਵਿੱਚ ਪੋਲੀਟਿਕਸ ਇਨਵੋਲਵ ਸੀ। if you wanted to add to the vast fount of ill will existing in the world at this moment, you could probably do it better than by a series of football matches between Jews and Arabs, Germans and Czechs, Indians and British, Russians and Poles, and Italians and Yugoslavs, each match to be watched by a mixed audience of 1 lakh spectators। ਕਹਿੰਦੇ ਕਿ ਦੁਨੀਆ ਦੇ ਵਿੱਚ ਆਲਰੇਡੀ ਬਹੁਤ ਜ਼ਿਆਦਾ ਇਲ ਵਿਲ ਫੈਲੀ ਹੋਈ ਹੈ ਐਟ ਦਿਸ ਮੂਮੈਂਟ ਨਾ। ਆਲਰੇਡੀ ਲੋਕਾਂ ਦੇ ਵਿੱਚ ਆਪਸੀ ਦੇ ਬਹੁਤ ਕੋਈ ਪਿਆਰ ਤਾਂ ਹੈ ਨਹੀਂ ਆ, ਬੈਡ ਫੀਲਿੰਗਸ ਹੀ ਹੈ। ਜੇ ਤੁਸੀਂ ਚਾਹੁੰਦੇ ਇਫ ਯੂ ਵਾਂਟ ਟੂ ਐਡ more to the if you want to add to the vast fund, already ਬਹੁਤ ਜ਼ਿਆਦਾ ਵਾਸਟ ਫੰਡ ਹੈ ਇਲ ਵਿਲ ਦਾ, ਬੈਡ ਫੀਲਿੰਗ ਦਾ ਬਹੁਤ ਜ਼ਿਆਦਾ ਫੰਡ ਹੈ। ਜੇ ਤੁਸੀਂ ਹੋਰ ਐਡ ਕਰਨਾ ਚਾਹੁੰਦੇ ਆ ਤਾਂ ਤੁਸੀਂ ਕਹਿੰਦੇ ਕਰ ਸਕਦੇ ਆ। ਤੁਹਾਨੂੰ ਸਿਰਫ ਤੁਸੀਂ ਸਭ ਤੋਂ ਬੈਟਰ ਉਹ ਕਿਸ ਤਰ੍ਹਾਂ ਕਰ ਸਕਦੇ ਆ, ਫੁੱਟਬਾਲ ਮੈਚ ਕਰਾ ਲਓ ਜੂਇਸ਼ ਐਂਡ ਅਰੈਬਸ ਦੇ ਵਿੱਚ। ਜੂਇਸ਼ ਐਂਡ ਅਰੈਬਸ ਡਿਫਰੈਂਟ ਰਿਲੀਜਨਸ ਹੈ, ਉਹਨਾਂ ਦੇ ਵਿੱਚ ਕਰਾ ਲਓ। ਜਰਮਨਸ ਐਂਡ ਚੈਕ, ਜਰਮਨ ਇੱਕ ਕੰਟਰੀ, ਇੱਕ ਚੈਕੋਸਲੋਵਾਕੀਆ ਕੰਟਰੀ ਆ, ਉਹਨਾਂ ਦੇ ਵਿੱਚ ਕਰਵਾ ਲਓ। ਇੰਡੀਅਨਸ ਐਂਡ ਬ੍ਰਿਟਿਸ਼ ਦੇ ਵਿੱਚ ਮੈਚ ਕਰਵਾ ਲਓ। ਰਸ਼ੀਅਨਸ ਐਂਡ ਪੋਲਸ ਮੀਨਸ ਪੋਲੈਂਡ ਦੇ ਲੋਕ ਹੈ ਨਾ, ਰਸ਼ੀਆ ਐਂਡ ਪੋਲੈਂਡ ਪੀਪਲ। ਇਟਾਲੀਅਨਸ ਐਂਡ ਯੂਗੋਸਲਾਵ ਮੀਨਸ ਪੀਪਲਸ ਫਰੋਮ ਯੂਗੋਸਲਾਵੀਆ। ਅਤੇ ਇਹਨਾਂ ਦੇ ਵਿੱਚ ਕਰਵਾ ਲਓ। ਅਤੇ ਉਹਦੇ ਵਿੱਚ ਕਹਿੰਦੇ ਮਿਕਸਡ ਆਡੀਅੰਸ, ਅਲੱਗ-ਅਲੱਗ ਕੰਟਰੀਜ਼ ਦੀ ਆਡੀਅੰਸ ਬਿਠਾ ਦਿਓ, ਐਟਲੀਸਟ 1 lakh ਸਪੈਕਟੇਟਰਸ। ਇਹ ਜਿਹੜੀ ਇਲ ਵਿਲ ਹੈ ਨਾ, ਹੋਰ ਬਹੁਤ ਜ਼ਿਆਦਾ ਫੈਲ ਜਾਏਗੀ। I do not
of course, suggests that sport is one of the main cause of international rivalry. Big scale sport is itself, I think, merely another effect of causes that have produced nationalism. ਕਹਿੰਦੇ ਕਿ ਮੈਂ ਇਹ ਨਹੀਂ ਕਹਿੰਦਾ ਕਿ ਆਈ ਡੂ ਨਾਟ ਆਫ ਕੋਰਸ ਸੁਜੈਸਟ ਸਪੋਰਟ ਇਜ਼ ਦਾ ਮੇਨ ਕਾਜ਼ ਮੈਂ ਇਹ ਨਹੀਂ ਕਹਿੰਦਾ ਕਿ ਸਿਰਫ ਇਹੀ ਇੱਕ ਬਹੁਤ ਵੱਡਾ ਮੇਨ ਕਾਰਨ ਹੈ ਇੰਟਰਨੈਸ਼ਨਲ ਰਾਇਵਲਰੀ ਦਾ. Big sport is itself, I think, merely another effect of the causes that produced nationalism. ਕਹਿੰਦੇ ਕਿ ਜਿਹੜੀਆਂ ਬਿਗ ਸਕੇਲ ਸਪੋਰਟਸ ਹੈ ਨਾ ਉਹ ਇੱਕ ਅਨਦਰ ਜਿਹੜੇ ਜਿਸ ਤਰ੍ਹਾਂ ਕਿ ਕਿਹੜੇ ਕਾਜ਼ਜ਼ ਹੈ ਜਿਨ੍ਹਾਂ ਦੇ ਨਾਲ ਨੈਸ਼ਨਲਿਜ਼ਮ ਵਧੀ, ਲੋਕਾਂ ਦੇ ਵਿੱਚ ਪੈਟਰੋਟਿਜ਼ਮ ਵਧੀ, ਤਾਂ ਉਹ ਕਹਿੰਦੇ ਕਿ ਉਹਦੇ ਤੋਂ ਹੀ ਇਫੈਕਟ ਹੈ ਬਿਗ ਸਕੇਲ ਸਪੋਰਟਸ. ਉਹਦਾ ਇਫੈਕਟ ਨਿਕਲਿਆ ਜਦੋਂ ਆਪਾਂ ਨੈਸ਼ਨਲਿਜ਼ਮ ਦੀ ਗੱਲ ਕੀਤੀ ਤਾਂ ਉਹਦਾ ਇਹ ਇਫੈਕਟ ਨਿਕਲਿਆ ਕਿ ਆਪਾਂ ਸੋਚਿਆ ਕਿ ਵੀ ਸ਼ੁੱਡ ਇਨਵੋਲਵ ਇਨ ਬਿਗ ਸਕੇਲ ਸਪੋਰਟਸ ਜਿਹਦੇ ਵਿੱਚ ਲੋਕ ਆਪਣੀ ਟੀਮ ਨੂੰ ਆਪਣੀ ਨੇਸ਼ਨ ਦੇ ਪ੍ਰਤੀ ਸਪੋਰਟ ਕਰਨਗੇ, ਹੈ ਨਾ, ਉਹਦੇ ਡਿਵੈਲਪ ਕਰਨਗੇ, ਫੀਲਿੰਗਸ ਡਿਵੈਲਪ ਕਰਨਗੇ. ਸੋ ਉਹਦਾ ਸਗੋਂ ਇਹ ਇਫੈਕਟ ਨਿਕਲਿਆ. ਸਟਿਲ ਯੂ ਡੂ ਮੇਕ ਥਿੰਗਸ ਵਰਸ ਬਾਈ ਸੈਂਡਿੰਗ ਫੋਰਥ a team of 11 men labeled as national champions to do battle against some rival team and allowing it to be felt on all sides that whichever nation is defeated will lose face. ਕਹਿੰਦੇ ਹੋ ਕੀ ਰਿਹਾ ਆ ਕਿ ਅਸੀਂ ਆਪਣੇ ਵੱਲੋਂ ਇੱਕ 11 ਮੈਨ ਟੀਮ ਭੇਜਦੇ ਹਾਂ, ਅਸੀਂ ਉਹਨਾਂ ਦੇ ਉੱਤੇ ਇੱਕ ਲੈਬਲ ਲਗਾ ਦਿੰਦੇ ਹਾਂ ਕਿ ਸਾਡੇ ਦੇਸ਼ ਦੇ ਚੈਂਪੀਅਨਸ ਹੈ, ਅਤੇ ਅਸੀਂ ਉਹਨਾਂ ਨੂੰ ਭੇਜਦੇ ਹਾਂ ਕਿ ਉਹ ਬੈਟਲ ਕਰਨਗੇ ਰਾਈਵਲ ਟੀਮ ਦੀ ਜਾ ਕੇ ਅਗੇਨਸਟ. ਅਤੇ ਅਸੀਂ ਇਹ ਸੋਚ ਲੈਂਦੇ ਹਾਂ, ਸਾਰੀਆਂ ਸਾਈਡਸ ਇਹ ਸੋਚ ਲੈਂਦੀਆਂ ਕਿ ਜਿਹੜੀ ਵੀ whichever nation if defeated will lose face, ਕਿ ਜਿਹੜੀ ਵੀ ਨੇਸ਼ਨ ਮਤਲਬ ਜਿਹੜੀ ਵੀ ਨੇਸ਼ਨ ਦੇ ਟੀਮ ਆਈ ਹੋਈ ਆ ਜਦੋਂ ਉਹ ਵਾਲੀ ਨੇਸ਼ਨ ਹਾਰ ਜਾਏਗੀ will lose face ਮਤਲਬ ਆਪਣਾ ਮੂੰਹ ਨਹੀਂ ਦਿਖਾ ਪਾਏਗੀ, ਉਹ ਆਪਣੀ ਪੂਰੀ ਉਹਦੀ ਪ੍ਰੈਸਟੀਜ ਹੈ ਉਹ ਖ਼ਤਮ ਹੋ ਜਾਏਗੀ ਨਾ, ਉਹਦੀ ਇਨਸਲਟ ਹੋ ਜਾਏਗੀ. ਇਹ ਚੀਜ਼ ਜਿਹੜੀ ਅਸੀਂ ਨਾਲ ਲੇਬਲ ਕਰ ਦਿੱਤੀ ਹੈ, that is the bad thing. I hope therefore we should not follow up the visit of the Dynamos by sending a British team to the USSR. ਹੁਣ ਕਹਿੰਦੇ ਕਿ ਡਾਇਨਾਮੋਜ਼ ਨੂੰ ਇੱਥੋਂ ਚਲੇ ਗਏ ਨਾ, ਉਹਨਾਂ ਸਟਾਰਟਿੰਗ 'ਚ ਆਪਾਂ ਪੜ੍ਹਿਆ ਸੀ ਕਿ ਉਹ ਇੱਥੇ ਵਿਜ਼ਿਟ ਕਰਨ ਆਏ ਸੀ ਫॉर ਦਾ ਫੁੱਟਬਾਲ ਲੀਗ ਮੈਚ, ਲੇਕਿਨ ਉਹ ਚਲੇ ਗਏ. ਕਹਿੰਦੇ ਹੁਣ ਸਾਨੂੰ ਇਸ ਚੀਜ਼ ਨੂੰ ਕਹਿੰਦਾ ਕਿ ਫੋਲੋ ਅਪ ਨਹੀਂ ਕਰਨਾ ਚਾਹੀਦਾ ਕਿ ਅਸੀਂ ਵੀ ਕੋਈ ਆਪਣੀ ਬ੍ਰਿਟਿਸ਼ ਟੀਮ ਭੇਜ ਦਈਏ USSR ਮੀਨਸ ਟੂ ਦਾ ਰਸ਼ੀਆ ਨੂੰ ਹੁਣ ਆਪਣੀ ਅਸੀਂ ਕੋਈ ਬ੍ਰਿਟਿਸ਼ ਟੀਮ ਨਾ ਭੇਜ ਦਈਏ ਕਿ ਉਹ ਜਾ ਕੇ ਉੱਥੇ ਮੈਚ ਖੇਲ ਕੇ ਆਉਣ ਔਰ ਜਿੱਤ ਕੇ ਆਉਣ ਔਰ ਉਹਨਾਂ ਨੂੰ ਹਰਾ ਕੇ ਆਉਣ, ਉਹਨਾਂ ਨੂੰ ਦਿਖਾ ਕੇ ਆਉਣ. ਸੋ ਇੱਦਾਂ ਦੀਆਂ ਚੀਜ਼ਾਂ ਨਹੀਂ ਫੋਲੋ ਅਪ ਹੋਣੀਆਂ ਚਾਹੀਦੀਆਂ. If we must do so, then let us send a second-rate team which is sure to be beaten and cannot claim to be present Britain as whole. ਕਹਿੰਦੇ ਜੇ ਕਰਨਾ ਹੀ ਹੈ ਨਾ ਤਾਂ ਫਿਰ second-rate ਟੀਮ ਭੇਜੋ ਜਿਹੜੀ ਹਾਰ ਕੇ ਹੀ ਆਏਗੀ. ਸੋ ਇਹ ਕਲੇਮ ਨਾ ਕਰੋ ਕਿ ਐਜ਼ ਏ ਹੋਲ ਨੂੰ ਰਿਪਰੈਜ਼ੈਂਟ ਕਰਨ ਜਾ ਰਹੀ ਹੈ. ਦੇ ਆਰ ਕੁਆਇਟ ਇਨਫ ਰੀਅਲ ਕਾਜ਼ਜ਼ ਆਫ ਟਰਬਲ ਆਲਰੇਡੀ ਐਂਡ ਵੀ ਨੀਡ ਨਾਟ ਐਡ ਟੂ them by encouraging young men to kick each other on the shins amid the roars of infuriated spectators. ਕਹਿੰਦੇ ਆਲਰੇਡੀ ਦੁਨੀਆ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਚੱਲ ਰਹੀਆਂ, ਟਰਬਲਸ ਚੱਲ ਰਹੀਆਂ. ਸਾਨੂੰ ਕਹਿੰਦੇ ਹੋਰ ਟਰਬਲਸ ਜਿਹੜੀਆਂ ਉਹ ਐਡ ਨਹੀਂ ਕਰਨੀਆਂ ਚਾਹੀਦੀਆਂ. ਅਸੀਂ ਕਹਿੰਦੇ ਆਪਣੇ ਯੰਗ ਮੈਨ ਹੈ ਨਾ ਜਿਹੜੇ, ਉਹਨਾਂ ਨੂੰ ਇਨਕਰੇਜ ਕਰਦੇ ਹਾਂ ਟੂ ਕਿਕ ਈਚ ਅਦਰਸ ਔਨ ਸ਼ਿਨਸ ਕੀ ਹੁੰਦਾ ਆ, ਇਟ ਇਜ਼ ਯੋਰ ਲੈਗ ਪਾਰਟ, ਹੈ ਨਾ, ਬਿਟਵੀਨ ਦਾ ਨੀ ਐਂਡ ਦਾ ਐਂਕਲ. ਠੀਕ ਹੈ, ਤੁਹਾਡੇ ਗੋਡੇ ਅਤੇ ਨੀਚੇ ਐਂਕਲ ਦੇ ਵਿੱਚ ਜਿਹੜਾ ਪਾਰਟ ਹੈ ਨਾ, ਲੈਗ ਦਾ ਪਾਰਟ ਹੈ, ਦੈਟਸ ਕਾਲ ਦਾ ਸ਼ਿਨ ਬੋਨ ਕਹਿੰਦੇ ਉਹਨੂੰ. ਅਮਿਡ ਦਾ ਰੋਰਸ ਮਤਲਬ ਜਿਹੜੀ ਚੀਕਾਂ ਮਾਰ ਰਹੇ ਹੁੰਦੇ ਆ. ਇਨਫੀਰੀਏਟਿਡ ਮੀਨਸ ਵੈਰੀ ਐਂਗਰੀ. ਸਪੈਕਟੇਟਰਸ ਮੀਨਸ ਦਾ ਆਡੀਅੰਸ. ਸੋ ਕਹਿੰਦੇ ਇਹ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਨੂੰ ਇਨਕਰੇਜ ਨਹੀਂ ਕਰਨੀਆਂ ਚਾਹੀਦੀਆਂ. ਵੇਅਰ ਦਾ ਯੰਗ ਪੀਪਲ ਆਰ ਗੋਇੰਗ, ਦੇ ਆਰ ਕਿਕਿੰਗ ਈਚ ਅਦਰਸ ਔਨ ਦਾ ਲੈਗਸ, ਔਨ ਦਾ ਸ਼ਿਨ ਬੋਨਸ, ਐਂਡ ਜਿਹੜੀ ਉੱਥੇ ਆਡੀਅੰਸ ਹੈ, ਸਪੈਕਟੇਟਰਸ ਆ, ਉਹ ਹੋਰ ਜ਼ਿਆਦਾ ਇਸ ਚੀਜ਼ ਨੂੰ ਬੜਾਵਾ ਦੇ ਰਹੇ ਆ ਵਿਦ ਦੇਅਰ ਐਂਗਰ.
So that's all about this prose. So in this prose, we have studied uh, that George Orwell finds that sports have become one of the cause of ill will among the nations, and he suggests us that we should not create this ill will which is already existing in lot of fund, in a vast fund in the world. We should stop this, and we should not make sports very serious. We should not attach with sports the things like prestige and other nationalism should not be attached with the sports, and sports should be played for the fun rather than showing who is better or who is the best. So that's all in this prose. Thank you very much.